ਵਾਹਿਗੁਰੂ ਜੀਓ। ਨਵਾਂ ਮਨੁੱਖ। ਇਹ ਵਿਚਾਰ ਪਿੱਛੇ ਆ ਚੁੱਕੀ ਹੈ ਕਿ ਯੁੱਗ ਪਲਟਾ ਅਸਲ ਵਿੱਚ ਮਨੁੱਖੀ ਚੱਲਣ ਦਾ ਹੀ ਪਲਟਾ ਹੈ। ਮਨੁੱਖ ਪਲਟੇ ਤੇ ਮਨੁੱਖ ਯੁੱਗ ਪਲਟਾ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਯੁੱਗ ਪਲਟੇ ਦੀ ਖਬਰ ਦਿੱਤੀ, ਨਵੇਂ ਯੁੱਗ ਦੇ ਆਉਣ ਦਾ ਸੰਦੇਸ਼ ਪਹੁੰਚਾਇਆ। ਉਸ ਦਾ ਰੂਪ ਮਨੁੱਖੀ ਚੱਲਣ ਨੂੰ ਨਵੇਂ ਰੂਪ ਵਿੱਚ ਢਾਲਣਾ ਹੈ। ਉਹਨਾਂ ਨੇ ਇਸ ਬੜੇ ਕਾਰਜ ਨੂੰ 10 ਮਨੁੱਖੀ ਤਨ ਧਾਰ ਕੇ ਕੀਤਾ ਹੈ। ਪਹਿਲੀ ਚੀਜ਼ ਜੋ ਉਹਨਾਂ ਨੇ ਸੰਦੇਸ਼ ਵਿੱਚ ਆਈ ਉਹ ਇਹ ਸੀ ਕਿ ਮਨੁੱਖ ਮੰਗਤਾ ਨਹੀਂ, ਸਗੋਂ ਜਗਤ ਜੀਵਨ ਦਾ ਨਿਜ ਰੂਪ ਹੋਣ ਕਰਕੇ ਖੁਦ ਮਾਲਕ ਬਾਦਸ਼ਾਹ ਹੈ। ਗੁਲਾਮ ਚਾਕਰ ਨਹੀਂ, ਮੰਗਣਾ ਇਸ ਦਾ ਆਪਣਾ ਸੁਭਾਵ ਨਹੀਂ। ਗਲਤ ਤਾਲੀਮ ਦੇ ਨਸ਼ੇ ਵਿੱਚ ਮਦਹੋਸ਼ ਹੋ ਭਿਖਾਰੀ ਬਣਿਆ ਹੋਇਆ ਹੈ। ਜੇ ਜਾਗ ਪਵੇ ਤਾਂ ਵਿਸ਼ਵ ਦਾ ਰਾਜਾ ਹੈ। ਇਹ ਮੰਗਤਪਣ ਤੇ ਗੁਲਾਮੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਮਹਾਰਾਜਾ ਸੋ ਜਾਵੇ ਤੇ ਸੁਫਨੇ ਵਿੱਚ ਭਿਖਾਰੀ ਬਣ ਦਰਵਾਜ਼ੇ ਮੰਗੇ। ਪਰ ਜਾਗ ਦੇ ਆਉਣ ਨਾਲ ਹੀ ਉਸ ਦੀ ਇਹ ਦੀਨ ਦਸ਼ਾ ਮੁੱਕ ਜਾਵੇਗੀ। ਸੂਰਤ ਸੰਭਲਦਿਆਂ ਹੀ ਉਹ ਦੀਨ ਭਿਖਾਰੀ ਤੋਂ ਦਾਤਾ ਨਰਪਤ ਬਣ ਜਾਏਗਾ। ਇਹੋ ਹੀ ਹਾਲਤ ਮਨੁੱਖ ਦੀ ਹੈ। ਗੁਰ ਬਾਬੇ ਨੇ ਦੱਸਿਆ ਕਿ ਉਰ ਜਗਤ ਜੀਵਨ ਦਾ ਨਿਜ ਸਰੂਪ ਹੋਣ ਕਰਕੇ ਜਗਤ ਸ਼੍ਰੋਮਣੀ ਦਾਤਾ ਹੈ। ਉਸ ਦਾ ਮਾਲਕ ਆਸਮਾਨ 'ਤੇ ਨਹੀਂ ਰਹਿੰਦਾ, ਉਸ ਦੇ ਹਿਰਦੇ ਵਿੱਚ ਰਹਿੰਦਾ ਹੈ। ਜਿਸ ਤਰ੍ਹਾਂ ਸ਼ੀਸ਼ੇ ਵਿੱਚ ਪਰਛਾਵਾਂ ਤੇ ਫੁੱਲਾਂ ਵਿੱਚ ਖੁਸ਼ਬੂ ਰਹਿੰਦੀ ਹੈ, ਉਸੇ ਤਰ੍ਹਾਂ ਹੀ ਤੇਰਾ ਮਾਲਕ ਤੇਰੇ ਨਾਲ ਰਹਿੰਦਾ ਹੈ। ਨਾਲ ਕੀ ਰਹਿਣਾ ਹੋਇਆ, ਤੂੰ ਉਹਦੇ ਵਿੱਚ, ਉਹ ਤੇਰੇ ਵਿੱਚ ਹੈ। ਓਤ ਪੋਤ ਮਿਲਾਪ ਹੋ ਰਿਹਾ ਹੈ। ਜੇ ਤੂੰ ਆਪਾ ਪਛਾਣੇ ਤਾਂ ਜਿਸ ਤਰ੍ਹਾਂ ਸੂਰਜ ਵਿੱਚ ਕਿਰਨ ਤੇ ਸਾਗਰ ਵਿੱਚ ਲਹਿਰ ਰਹਿੰਦੀ ਹੈ, ਉਸੇ ਤਰ੍ਹਾਂ ਤੇਰਾ ਤੇ ਉਸ ਦਾ ਸੰਬੰਧ ਹੈ। ਉਹ ਤੈਥੋਂ ਪਰੇ ਨਹੀਂ ਤੇ ਤੂੰ ਉਸ ਬਿਨਾਂ ਨਹੀਂ। ਇਹ ਭੁਲੇਖਾ ਕਿ ਤੂੰ ਫਰਸ਼ 'ਤੇ ਹੈ ਤੇ ਉਹ ਅਰਸ਼ 'ਤੇ, ਤੈਨੂੰ ਪਾਇਆ ਗਿਆ ਹੈ, ਕਿਉਂਕਿ ਤੂੰ ਭਾਵੇਂ ਫਰਸ਼ 'ਤੇ ਪਿਆ ਹੋਵੇਂ, ਉਹ ਤਾਂ ਅਰਸ਼ 'ਤੇ ਨਹੀਂ ਬੱਝਾ ਬੈਠਾ। ਜਗਤ ਜੀਵਨ ਵਿੱਚ ਵਿਆਪਕ ਹੈ, ਉਹ ਹਰ ਥਾਂ ਹੈ। ਇਹ ਭੁੱਲ ਕੇ ਵੀ ਨਾ ਜਾਣੀ ਕਿ ਉਹ ਕਿਧਰੇ ਦੂਰ ਹੈ। ਉਹ ਹਰ ਜਗ੍ਹਾ ਹਾਜ਼ਰ ਹੈ। ਇਹੀ ਕਾਰਨ ਹੈ ਕਿ ਉਹ ਹਰ ਕਿਸੇ ਦੀ ਸੁਣਦਾ ਹੈ ਤੇ ਹਰ ਕਿਸੇ ਨੂੰ ਵੇਖਦਾ ਹੈ। ਜਿਸ ਤਰ੍ਹਾਂ ਬਿਜਲੀ ਦੀ ਲਹਿਰ ਪਾਵਰ ਹਾਊਸ ਵਿੱਚੋਂ ਨਿਕਲ ਕੇ ਸਾਰੀ ਤਾਰ ਵਿੱਚ ਵਿਆਪ ਰਹੀ ਹੁੰਦੀ ਹੈ, ਉਹ ਕਿਤੇ ਵੀ ਘੱਟ ਵੱਧ ਨਹੀਂ ਹੁੰਦੀ ਤੇ ਜਿੱਥੇ ਵੀ ਸਵਿੱਚ ਜੁੜਦਾ ਹੈ, ਉੱਥੇ ਹੀ ਬੱਤੀ ਵਿੱਚੋਂ ਆਪਣਾ ਚਾਨਣ ਦੇ ਦਿੰਦੀ ਹੈ। ਚਾਨਣ ਦਾ ਮੱਧਮ ਜਾਂ ਤੇਜ਼ ਹੋਣਾ ਬੱਤੀ ਦੀ ਹੈਸੀਅਤ 'ਤੇ ਹੈ, ਪਰ ਚਾਨਣ ਬਿਜਲੀ ਦਾ ਪ੍ਰਕਾਸ਼ ਹੈ। ਬਿਜਲੀ ਰੂਪ ਨਹੀਂ। ਬਿਜਲੀ ਆਪਣੇ ਰੂਪ ਵਿੱਚ ਸਾਰੀ ਤਾਰ ਵਿੱਚ ਇੱਕੋ ਜਿਹੀ ਵਿਆਪ ਰਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਜਗਤ ਜੀਵਨ ਦੀ ਜੋਤੀ ਸਰਬ ਵਿਆਪ ਰਹੀ ਹੈ। ਸਰੀਰਾਂ ਦੀਆਂ ਬੱਤੀਆਂ ਪ੍ਰਾਣਾਂ ਦੇ ਸਵਿੱਚ ਦੁਆਰਾ ਜੁੜਨ ਕਰਕੇ ਪ੍ਰਕਾਸ਼ ਲੈਂਦੀਆਂ ਹਨ। ਇਹ ਇਸ ਪ੍ਰਕਾਸ਼ ਦਾ ਪ੍ਰਤੱਖ ਵਾਧਾ ਘਾਟਾ ਸਰੀਰਾਂ ਦੀ ਹੈਸੀਅਤ ਮੁਜਬ ਹੈ। ਜੋਤੀ ਪਿੱਛੇ ਇੱਕੋ ਜਿਹੀ ਹੈ। ਉਹ ਹਰ ਸਮੇਂ ਤੇ ਹਰ ਥਾਂ 'ਤੇ ਇੱਕੋ ਜਿਹੀ ਵਿਆਪ ਰਹੀ ਹੈ। ਉਸ ਵਿੱਚ ਵਾਧਾ ਘਾਟਾ ਨਹੀਂ।
ਇਸ ਲਈ ਤੂੰ ਇਹ ਨਿਸ਼ਚਾ ਕਰ ਕਿ ਤੂੰ ਉਸ ਵਿਆਪਕ ਜੋਤੀ ਦਾ ਇੱਕ ਨਿਸ਼ਾਨ ਤਾਂ ਉਸ ਦਾ ਹਰ ਜਰਰਾ ਕਤਰਾ ਵੀ ਹੈ। ਕਿਉਂ ਜੋ ਉਹ ਜਲ ਥਲ ਮਹੀਲ ਆਕਾਸ਼ ਤੇ ਵਣਾਂ ਵਿੱਚ ਸਮਾ ਰਿਹਾ ਹੈ। ਇਸ ਲਈ ਹਰ ਇੱਕ ਜ਼ਰਰਾ ਕਤਰਾ ਤੇ ਜੀਵ ਜੰਤੂ ਉਸ ਜੋਤੀ ਦੇ ਪ੍ਰਗਟ ਨਿਸ਼ਾਨ ਹਨ। ਪਰ ਤੂੰ ਇਹਨਾਂ ਸਾਰਿਆਂ ਨਿਸ਼ਾਨਾਂ ਵਿੱਚੋਂ ਸਰਵੋਤਮ ਹੈ, ਕਿਉਂ ਜੋ ਤੇਰੇ ਜਾਮੇ ਵਿੱਚ ਹੀ ਆਪਾ ਪਛਾਣਿਆ ਜਾ ਸਕਦਾ ਹੈ। ਇਉਂ ਜਾਣ ਲੈ ਕਿ ਕੋਈ ਘਰੋਂ ਵਿਛੜਿਆ ਹੋਇਆ ਪਰਦੇਸੀ ਦੇਸ਼ ਦਿਸ਼ਾਂਤਰਾਂ ਪਾਉਣ ਦੇ ਬਾਅਦ ਜਦ ਵਾਪਸ ਆਪ ਮੁੱਦਤਾਂ ਦੇ ਪਿੱਛੋਂ ਵਿਛੜੇ ਹੋਏ ਲਈ ਘਰ ਦਾ ਦਰਵਾਜ਼ਾ ਕਿਤਨਾ ਸੁਹਾਵਣਾ ਹੋਵੇਗਾ। ਇਹ ਮਨੁੱਖ ਸਰੀਰ ਵੀ ਤੇਰੇ ਘਰ ਦਾ ਦਰਵਾਜ਼ਾ ਹੈ। ਬੇਅੰਤ ਲੰਬੇ ਸਫ਼ਰ ਕਰਨ ਦੇ ਬਾਅਦ ਜਿਸ ਨੂੰ ਵਿਗਿਆਨਕ ਵਿਕਾਸ ਐਵੋਲੂਸ਼ਨ ਦਾ ਚੱਕਰ ਤੇ ਬ੍ਰਾਹਮਣ ਆਵਾਗਮਨ ਕਹਿੰਦਾ ਹੈ, ਤੂੰ ਆਪਣੇ ਨਿਜ ਸਥਾਨ ਵਿੱਚ ਜਾਣ ਲਈ ਇਸੇ ਦਰਵਾਜ਼ੇ 'ਤੇ ਆਣ ਖਲੋਤਾ ਹੈ। ਇਸ ਲਈ ਇਹ ਦੁਰਲਭ ਹੈ, ਇਹ ਅੰਮ੍ਰਿਤ ਕਾਇਆ ਹੈ। ਇਸ ਦੀ ਸੁੱਖ ਮੰਗ। ਇਹ ਸੰਸਾਰ ਦੀ ਬਾਜੀ ਵਿੱਚੋਂ ਤੈਨੂੰ ਜਿਤਾਉਣ ਵਾਲਾ ਹੈ। ਸੋ ਇਸ ਕਾਇਆ ਵਿੱਚ ਬੈਠ ਕੇ ਨਿਜ ਸਰੂਪ ਨੂੰ ਪਛਾਣਨਾ ਹੈ, ਕਿਉਂ ਕਿ ਭਾਵੇਂ ਕਿਸੇ ਕੋਲੋਂ ਕਿਤਨੀਆਂ ਵੀ ਮਿਹਰਾਂ ਕਿਉਂ ਨਾ ਮੰਗੀ ਜਾਵੇਂ ਤੇ ਕਿਤਨੀਆਂ ਵੀ ਬਰਕਤਾਂ ਕਿਉਂ ਨਾ ਪ੍ਰਾਪਤ ਕਰੇ, ਆਪਣਾ ਆਪ ਜਾਣੇ ਬਿਨਾ ਤੇਰੀ ਭੁੱਖ ਨਿਵਰਤ ਨਹੀਂ ਹੋਣੀ। ਕਿਉਂਕਿ ਜਦ ਤੱਕ ਭਰਮ ਹੈ ਤੂੰ ਉਤਨਾ ਚਿਰ ਭਿਖਾਰੀ ਹੀ ਰਹਿਣਾ ਹੈ। ਭਿਖਾਰੀ ਕਦੀ ਤ੍ਰਿਪਤਿਆ ਨਹੀਂ ਤੇ ਆਪਣਾ ਆਪ ਜਾਣੇ ਬਿਨਾ ਭਿਖਾਰੀ ਪੁਣੇ ਦਾ ਭਰਮ ਨਹੀਂ ਜਾਣਾ। ਇਸ ਲਈ ਸਭ ਤੋਂ ਪਹਿਲਾਂ ਇਸ ਭਰਮ ਨੂੰ ਚੁਕਾਉਣ ਦਾ ਯਤਨ ਕਰ ਤੇ ਭਰਮ ਆਪਣੇ ਆਪ ਨੂੰ ਜਾਣੇ ਬਿਨਾ ਨਹੀਂ ਜਾਣਾ। ਸੋ ਜਦ ਆਪਣਾ ਆਪ ਜਾਣ ਲਏਗਾ ਤੈਨੂੰ ਪਤਾ ਲੱਗ ਜਾਏਗਾ ਜੋ ਤੂੰ ਮੰਗਤ ਗੁਲਾਮ ਨਹੀਂ ਸਗੋਂ ਖੁਦ ਮਾਲਕ ਦਾ ਨਿਜ ਸਰੂਪ ਹੈ। ਇਸ ਸਿੱਖਿਆ ਨੂੰ ਸਿੱਖ ਤੇ ਸਿੱਖ ਅਖਵਾ। ਇਸ ਦੇ ਨਾਲ ਹੀ ਇਹ ਵੀ ਜਾਣ ਲੈ ਕਿ ਤੂੰ ਪਰਮਾਣੂਆਂ ਤੋਂ ਜੁੜੀ ਹੋਈ ਕੋਈ ਅਨਸਥਿਰ ਨਿਮਾਣੀ ਜਿਹੀ ਸ਼ੈ ਨਹੀਂ ਸਗੋਂ ਅਬਨਾਸ਼ੀ ਜੋ ਸਰੂਪ ਹੈ। ਤੂੰ ਨਿਮਾਣਾ ਨਾ ਹੋ, ਉਸ ਸ਼ਾਹ ਵਿੱਚ ਰਹੋ। ਤੂੰ ਜੰਗਲਾਂ ਵਿੱਚ ਨਾ ਭੱਜ, ਇਸ ਜਗਤ ਤੋਂ ਨਫ਼ਰਤ ਨਾ ਕਰ। ਇਹ ਕੋਈ ਓਪਰੀ ਸ਼ੈ ਨਹੀਂ, ਇਸ ਵਿੱਚ ਥਾਂ ਥਾਂ ਮੌਤ ਨਹੀਂ। ਇਹ ਪਲਟੇ ਨਵੇਂ ਖੇੜਿਆਂ ਲਈ ਆ ਰਹੇ ਹਨ। ਇਹ ਜਗਤ ਪਰਿਣਾਮੀ ਨਹੀਂ, ਇਹ ਅਸਲ ਵਿੱਚ ਹਰੀ ਦਾ ਆਪਣਾ ਰੂਪ ਹੈ। ਇਸ ਨੂੰ ਹਰੀ ਰੂਪ ਕਰਕੇ ਦੇਖ, ਇਸ ਤੋਂ ਉਦਾਸ ਨਾ ਹੋ। ਇਸ ਵਿੱਚ ਖੇੜਾ ਹੀ ਖੇੜਾ ਹੈ। ਇਹ ਤੇ ਇੱਕ ਫੁੱਲਾਂ ਦੀ ਵਾੜੀ ਹੈ ਤੇ ਇਹ ਫੁੱਲ ਵੀ ਉਹ ਜਿਨ੍ਹਾਂ ਵਿੱਚ ਨਿਤ ਨਵੀਂ ਬਹਾਰ ਹੈ। ਇਸ ਲਈ ਇਸ ਚਮਨ ਦੀ ਸੈਰ ਕਰ। ਬਾਹਰ ਕਿਉਂ ਭੱਜਾ ਫਿਰਦਾ ਹੈ? ਵਣੀ ਕੰਦਰੀ ਤੇ ਪਹਾੜੀ ਕੁਝ ਨਹੀਂ ਛਿਪਿਆ ਹੋਇਆ। ਆਤਮ ਧਨ ਦਾ ਅਸਲ ਖਜ਼ਾਨਾ ਤਾਂ ਤੇਰੇ ਅੰਦਰ ਹੈ। ਉਹ ਤੇ ਉਸ ਦਾ ਜਲਵਾ ਤੇਰੇ ਨੈਣਾਂ ਵਿੱਚ ਸਮਾ ਰਿਹਾ ਹੈ। ਉਹ ਪਰਮ ਸੁੰਦਰ ਜੋਤ ਬਣ ਤੇਰੇ ਵਿੱਚ ਜਗ ਰਿਹਾ ਹੈ। ਫਿਰ ਜੰਗਲ ਤੇ ਵਿਰਾਣਿਆਂ ਵਿੱਚ ਕਿਉਂ ਫਿਰਦਾ ਹੈ? ਜਿਨ੍ਹਾਂ ਨੇ ਵੀ ਸਰੀਰ ਦੇ ਅੰਦਰੋਂ ਭਾਲ ਕਰਨੋਂ ਚੁੱਕ ਬਾਹਰ ਤਲਾਸ਼ ਕੀਤੀ, ਉਹ ਹੀ ਦੁਖੀ ਹੋਏ।
ਉਹਨਾਂ ਨੂੰ ਸੂਝ ਨਹੀਂ ਆਈ ਤੇ ਓੜਕ ਕੰਮ ਉਦੋਂ ਹੀ ਬਣਿਆ ਜਦ ਘਰ ਵਿੱਚੋਂ ਹੀ ਵਸਤ ਲੱਭ ਪਈ। ਪਰ ਲੱਭੀ ਗੁਰਮੁਖਾਂ ਨੂੰ। ਗੱਲ ਕਿ ਨਵੇਂ ਯੁੱਗ ਦੇ ਨਵੇਂ ਮਨੁੱਖ ਨੂੰ ਨਵਾਂ ਜੀਵਨ ਪ੍ਰਦਾਨ ਕਰਦਿਆਂ ਹੋਇਆਂ ਪਹਿਲਾਂ ਇਹ ਯਕੀਨ ਕਰਾ ਦਿੱਤਾ ਗਿਆ ਕਿ ਉਹ ਨਾ ਕਿਸੇ ਦਾ ਗੁਲਾਮ ਹੈ ਤੇ ਨਾ ਕਿਸੇ ਦੇ ਦੁਆਰੇ ਦਾ ਭਿਖਾਰੀ। ਉਹ ਨਿਮਾਣਾ, ਨਿਰਾਸ਼ ਤੇ ਅਸ਼ਕਤ ਨਹੀਂ, ਸਗੋਂ ਜਗਤ ਜੀਵਨ ਕੁਲ ਮਾਲਕ ਦਾ ਨਿਜ ਸਰੂਪ ਹੈ। ਸ੍ਰੀ ਵਾਹਿਗੁਰੂ ਜੀ ਦੀ ਵਿਆਪਕ ਜੋਤੀ ਤੋਂ ਜਗੀ ਹੋਈ ਇੱਕ ਜੋਤ ਹੈ, ਪਰ ਪੁਰਾਤਨਤਾ ਨੇ ਉਸ ਨੂੰ ਲੋਰੀਆਂ ਦੇ ਸੁਲਾਇਆ ਹੋਇਆ ਹੈ। ਉਹ ਹੁਣ ਜਾਗ ਉੱਠੇ, ਆਪਾ ਸੰਭਾਲੇ ਤੇ ਬਾਕੀ ਦੇ ਜਗਤ ਨੂੰ ਵੀ ਜੀਵਨ ਦਾਨ ਦੇਵੇ। ਉਸ ਨੂੰ ਹੁਣ ਅਸਮਾਨਾਂ ਤੋਂ ਹੁਕਮ ਨਹੀਂ ਦਿੱਤੇ ਜਾਣਗੇ, ਕਿਉਂਕਿ ਉਹ ਮਹਿਕੂਮ ਨਹੀਂ ਰਿਹਾ। ਹਾਕਮ ਤੇ ਮਹਿਕੂਮ ਤੋਂ ਬਿਨਾਂ ਹਕੂਮਤ ਕਾਦੀ ਤੇ ਹੁਕਮ ਕਿਹੇ। ਹੁਣ ਉਹ ਆਪ ਹੈ ਤੇ ਆਪਣੇ ਲਈ ਆਪ ਨਿਯਮ ਬਣਾਏਗਾ। ਇਸ ਜਾਗੇ ਹੋਏ ਮਨੁੱਖ ਨੂੰ ਜਦ ਵਾਜ਼ਿਆ ਕਰ ਦਿੱਤਾ ਗਿਆ ਕਿ ਤੇਰਾ ਨਿਜ ਸਰੂਪ ਜਗਤ ਜੀਵਨ ਸ੍ਰੀ ਵਾਹਿਗੁਰੂ ਸਰਬ ਵਿਆਪਕ ਹੈ, ਤਾਂ ਫਿਰ ਇਸ ਸਮਾਜ ਵਿੱਚ ਭੇਦ ਕਿਸ ਤਰ੍ਹਾਂ ਕਰ ਸਕਦਾ ਹੈ। ਉਸ ਦੇ ਲਈ ਕੋਈ ਉੱਚਾ ਨੀਵਾਂ, ਕੋਈ ਛੋਟਾ, ਕੋਈ ਵੱਡਾ ਕਿਸ ਤਰ੍ਹਾਂ ਬਣ ਸਕਦਾ ਹੈ। ਵਰਨਾਂ ਦੀਆਂ ਵੰਡਾਂ ਤੇ ਜਾਤਾਂ ਦੇ ਝਮੇਲੇ ਕਿਸ ਤਰ੍ਹਾਂ ਕਾਇਮ ਰਹਿ ਸਕਦੇ ਹਨ। ਜਦ ਉਹ ਦੇਖਦਾ ਹੈ ਕਿ ਉਸ ਦਾ ਨਿਜ ਸਰੂਪ ਪਰਮਾਤਮਾ ਸਾਰੀ ਲੱਕੜੀਆਂ ਵਿੱਚ ਸਮਾਈ ਹੋਈ ਅੱਗ ਤੇ ਸਾਰੇ ਦੁੱਧ ਵਿੱਚ ਸਮਾ ਰਹੇ ਘਿਓ ਵਾਂਗ ਹਰ ਮਨੁੱਖ ਵਿੱਚ ਵਿਆਪ ਰਿਹਾ ਹੈ, ਫਿਰ ਉਹ ਘਟਾਂ ਵਿੱਚ ਉਸ ਨੂੰ ਵਿਆਪਕ ਦੇਖਦਾ ਹੋਇਆ ਕਿਸੇ ਨੂੰ ਨੀਚ ਤੇ ਕਿਸੇ ਨੂੰ ਊਚ ਕਿਸ ਤਰ੍ਹਾਂ ਸਮਝ ਸਕਦਾ ਹੈ। ਉਸ ਨੇ ਜਾਣ ਲਿਆ ਕਿ ਇਹ ਜਾਤ ਪਾਤ ਦਾ ਭੇਦ ਸਭ ਫੱਕੜਬਾਜ਼ੀ ਹੀ ਹੈ। ਅਸਲ ਵਿੱਚ ਤਮਾਮ ਜੀਵ ਇੱਕੋ ਜਿਹੇ ਹਨ, ਕਿਉਂਕਿ ਸਾਰਿਆਂ ਵਿੱਚ ਇੱਕੋ ਦਾ ਪਰਛਾਵਾਂ ਹੈ। ਸੰਸਾਰ ਵਿੱਚ ਸਭਨਾਂ ਦਾ ਬਾਪ ਇੱਕ ਹੈ ਤੇ ਸਭ ਮਨੁੱਖ ਉਸ ਦੇ ਪੁੱਤਰ ਹਨ। ਇਸ ਵਾਸਤੇ ਨਵੇਂ ਮਨੁੱਖ ਨੇ ਜਾਤ ਪਾਤ, ਊਚ ਨੀਚ, ਛੂਤ ਛਾਤ ਦੇ ਵਰਣ ਵੰਡ ਸਭ ਨੂੰ ਮੁਕਾ ਦੇਣਾ ਹੈ। ਉਸ ਨੇ ਮਨੁੱਖ ਮਾਤਰ ਨੂੰ ਸਮਾਨ ਕਰ ਜਾਣਨਾ ਹੈ। ਇਸ ਸੁੰਦਰ ਸਮਾਜ ਵਿੱਚ ਜੋ ਆਤਮਾ ਵਿਆਪਕਤਾ ਦੇ ਆਧਾਰ ਉੱਤੇ ਮਨੁੱਖ ਮਾਤਰ ਦੀ ਸਮਾਨ ਪਦਵੀ ਕਾਇਮ ਕਰਕੇ ਬਣਨੀ ਹੈ, ਸੇਵਾ ਮਨੁੱਖ ਪਰਮ ਧਰਮ ਹੋਵੇਗਾ, ਕਿਉਂਕਿ ਪ੍ਰਾਣੀ ਮਾਤਰ ਪ੍ਰਭੂ ਰੂਪ ਹੋਣ ਕਰਕੇ ਪਿਆਰਿਆਂ ਲਈ ਸੇਵਾ ਦੇ ਯੋਗ ਹਨ। ਖਲਕਤ ਦੀ ਸੇਵਾ ਕਰਨੀ ਹੀ ਖਾਲਕ ਨੂੰ ਰਿਝਾਣਾ ਹੈ। ਇਸ ਜਾਗੇ ਮਨੁੱਖ ਨੇ ਇਹ ਜਾਣ ਲਿਆ ਕਿ ਜੋ ਵੀ ਕੀਤਾ ਗਿਆ ਹੈ ਉਹ ਮਾਲਕ ਦਾ ਕੀਤਾ ਹੋਇਆ ਹੈ। ਇਸ ਵਾਸਤੇ ਹਰ ਇੱਕ ਦਾ ਸੇਵਕ ਹੋਣਾ ਮਾਲਕ ਦਾ ਹੀ ਸੇਵਾਦਾਰ ਹੋਣਾ ਹੈ। ਇਹ ਜਾਗਿਆ ਹੋਇਆ ਮਨੁੱਖ ਬੁਰਾਈ ਵੱਲ ਤਾਂ ਪੈ ਸਕਦਾ ਹੀ ਨਹੀਂ, ਕਿਉਂ ਜੋ ਉਸ ਨੂੰ ਪਤਾ ਹੈ ਕਿ ਮਾਲਕ ਮੇਰੇ ਅੰਦਰ ਵਿਆਪਕ ਹੈ। ਮੇਰਾ ਕਰਨਾ ਤਾਂ ਕਿਤੇ ਰਿਹਾ, ਉਹ ਮੇਰੇ ਸੰਕਲਪ ਨੂੰ ਵੀ ਬੁੱਝਦਾ ਹੈ। ਇਸ ਲਈ ਅਚੇਤ ਪਾਪ ਤੋਂ ਵੀ ਡਰਨਾ ਚਾਹੀਦਾ ਹੈ। ਇਹ ਕਾਇਦਾ ਹੀ ਹੈ ਕਿ ਜੇ ਪਾਹਰੂ ਸਿਰ 'ਤੇ ਖਲੋਤਾ ਹੋਵੇ ਤਾਂ ਚੋਰ ਨੂੰ ਚੋਰੀ ਕਰਨ ਦਾ ਹੀਆ ਨਹੀਂ ਪੈਂਦਾ। ਪਾਹਰੂ ਦੀ ਗੈਰ ਹਾਜ਼ਰੀ ਵਿੱਚ ਮਨ ਚੋਰੀ ਵਾਸਤੇ ਲਲਚਦਾ ਹੈ। ਨਵੇਂ ਮਨੁੱਖ ਨੇ ਉਸ ਨੂੰ ਨਿਕਟ ਕਰ ਜਾਣਨਾ ਹੈ। ਫਿਰ ਬੁਰਾਈ ਕਿਸ ਤਰ੍ਹਾਂ ਹੋ ਸਕੇ। ਬੁਰਾਈ ਤਾਂ ਦੂਰੀ ਵਿੱਚ ਹੀ ਹੋ ਸਕਦੀ ਹੈ। ਇਹ ਤਾਂ ਅੰਧੇਰੇ ਦੀ ਚੀਜ਼ ਹੈ। ਜਦ ਪ੍ਰਕਾਸ਼ ਸਰੂਪ ਜਗਤ ਜੀਵਨ ਪ੍ਰਭੂ ਨੂੰ ਨਿਕਟ ਕਰ ਜਾਣਿਆ ਜਾਏ, ਫਿਰ ਬੁਰਾਈ ਕਿਸ ਤਰ੍ਹਾਂ। ਪਰ ਧਨ ਪਰਦਾਰਾ ਦੇ ਲਈ ਲਾਲਚ ਕਿਸ ਤਰ੍ਹਾਂ ਹੋ ਸਕੇ। ਜਦ ਮਨ ਦਾ ਜਾਣਨਹਾਰ ਕੋਲ ਹੈ ਤਾਂ ਫਿਰ ਝੂਠ ਕਿਸ ਤਰ੍ਹਾਂ ਬੋਇਆ ਜਾ ਸਕੇ। ਅਜਿਹਾ ਕਰਨ ਵਾਲਾ ਤਾਂ ਯਕੀਨਨ ਮੂਰਖ ਹੋਵੇਗਾ। ਸੋ ਇਸ ਨਵੇਂ ਮਨੁੱਖ ਚਲਣ ਦੇ ਸਮਾਜ ਵਿੱਚ ਨਾ ਗਿਲਾਨੀ ਹੋ ਸਕਦੀ ਹੈ ਤੇ ਨਾ ਪਾਪ। ਹਾਂ, ਜੇ ਜਗਤ ਦੀ ਰੰਗ ਬਿਰੰਗੀ ਚਾਲ ਵੇਖ ਕੇ ਮਨ ਦੂਸਰੇ ਦੇ ਯਥਾਰਥ ਲਈ ਲਲਚਾਵੇ ਤਾਂ ਈਰਖਾ ਤੇ ਵਾਦ ਨਾ ਕਰੇ, ਸਗੋਂ ਆਪ ਉਹ ਜਿਹੇ ਸ੍ਰੇਸ਼ਟ ਕਰਮ ਕਰੇ
ਜਿਨ੍ਹਾਂ ਕਰਕੇ ਦੂਸਰੇ ਨੂੰ ਉਹ ਵਸਤ ਪ੍ਰਾਪਤ ਹੋਈ ਹੈ ਤੇ ਲੈ ਲਵੇ। ਹਰ ਪਦਾਰਥ ਇਸ ਦੇ ਲਈ ਹੈ, ਉਦਮ ਕਰੇ ਤੇ ਪਾਵੇ। ਕਮਾਈ ਕਰਨ ਵਾਲੇ ਨੂੰ ਸੁਖੀ ਹੋ ਪਦਾਰਥ ਭੋਗਣ ਦੀ ਆਗਿਆ, ਪਰ ਇਤਨਾ ਜਾਣ ਲਵੇ ਕਿ ਇਹ ਉਦਮ ਤੇ ਬਲ ਸਰਵ ਵਿਆਪਕ ਜਗਤ ਜੀਵਨ ਦੀ ਦਾਤ ਹੈ। ਖੁਦੀ ਵਿੱਚ ਨਾ ਬਚ ਜਾਵੇ। ਦਾਤ ਲਵੇ ਪਰ ਦਾਤਾ ਨੂੰ ਵੀ ਚੇਤੇ ਰੱਖੇ। ਇਸ ਤਰ੍ਹਾਂ ਨਿਸ਼ਚਿੰਤ ਹੋ ਜਾਏਗਾ। ਉਦਮ ਕਰਨਾ ਹੈ ਪਰ ਕਪਟ ਨਹੀਂ ਕਰਨਾ। ਕਪਟ ਕੀਤਾ ਵੀ ਕਿਹਦੇ ਨਾਲ ਜਾਵੇ, ਦੂਜਾ ਤਾਂ ਕੋਈ ਹੈ ਹੀ ਨਹੀਂ। ਇਸ ਲਈ ਇਸ ਦਾ ਖਿਆਲ ਭੁੱਲ ਕੇ ਵੀ ਨਹੀਂ ਹੋਣਾ ਚਾਹੀਦਾ। ਮਨੁੱਖੀ ਸਮਾਜ ਜਦ ਇਸ ਦੇਵ ਚਲਨ ਦੇ ਆਸਰੇ ਕਾਇਮ ਹੋਵੇਗਾ, ਸਾਰੇ ਉਦਮ ਕਰਨਗੇ ਤੇ ਕਪਟ ਕੋਈ ਨਹੀਂ ਕਰੇਗਾ। ਈਰਖਾਵਾਦ ਦੀ ਥਾਂ ਪਿਆਰ ਤੇ ਮੁਹੱਬਤ, ਗਲਾਨੀ ਦੀ ਥਾਂ ਸੇਵਾ ਤੇ ਦਵੈਸ਼ ਦੀ ਥਾਂ ਪ੍ਰੀਤ ਲੈ ਲਵੇਗੀ, ਤਾਂ ਇਹ ਜਗਤ ਬੇਗਮਪੂਰਾ ਹੋ ਜਾਵੇਗਾ। ਇਹੋ ਹੀ ਵਸਤੀ ਇਸ ਨਵੇਂ ਮਨੁੱਖ ਨੇ ਵਸਾਣੀ ਹੈ। ਇਸ ਸੜ ਰਹੇ ਭਿਖਾਰੀ ਗੁਲਾਮਾਂ ਦੇ ਜਗਤ ਨੂੰ, ਇਸ ਉਧਰੇ ਹੋਏ ਨਿਰਾਸ਼ਾ ਦੀ ਦੁਨੀਆ ਨੂੰ ਬੇਗਮਪੁਰ ਬਣਾ ਦੇਣਾ ਹੈ। ਇੱਥੇ ਦੁੱਖਾਂ ਤੇ ਅੰਦੋਹਾਂ ਦਾ ਨਾਮ ਵੀ ਨਹੀਂ ਰਹਿਣ ਦੇਣਾ। ਸਭ ਨੂੰ ਮਾਲਕ ਦਾ ਰੂਪ ਮੰਨ ਇੱਕੋ ਜਿਹਾ ਕਰ ਲੈਣਾ ਹੈ। ਕੋਈ ਉੱਚਾ ਨੀਵਾਂ ਨਹੀਂ ਰਹਿਣਾ। ਹਾਕਮ ਮਹਿਕੂਮ ਨਹੀਂ ਰਹਿਣੇ। ਹਕੂਮਤਾਂ ਨਹੀਂ ਹੋਣਗੀਆਂ। ਖਿਰਾਜ ਤੇ ਮਾਲੀ ਦੀ ਤਸ਼ਵੀਸ਼ ਮਿਟ ਜਾਣੀ ਹੈ। ਖਤਾ ਨਹੀਂ ਰਹਿਣੀ, ਫਿਰ ਖੌਫ ਕਿਸ ਦਾ। ਜਦ ਜਾਗ ਕੇ ਜੋਤ ਸਰੂਪ ਹੋ ਗਏ ਤਾਂ ਫਿਰ ਜਵਾਲਾ ਕਿਉਂ। ਇਹ ਇੱਕ ਨਵਾਂ ਵਤਨ ਬਣਾਉਣਾ ਹੈ, ਜਿਸ ਵਿੱਚ ਸ਼ੁਰੂ ਦਾ ਨਾਮ ਉੱਠ ਜਾਣਾ ਹੈ। ਸਦਾ ਖੈਰ ਹੀ ਖੈਰ ਹੋ ਜਾਣੀ ਹੈ। ਦੂਸਰਾ ਤੀਸਰਾ ਕੋਈ ਰਹਿਣਾ ਨਹੀਂ। ਸਾਰੇ ਇੱਕ ਬਰਾਬਰ ਹੋ ਜਾਣੇ ਹਨ। ਇਹ ਹੈ ਨਵੀਂ ਦੁਨੀਆ ਜੋ ਨਵੇਂ ਮਨੁੱਖ ਨੇ ਬਣਾਉਣੀ ਹੈ। ਇਹੋ ਨਵਾਂ ਪਲਟਾ ਹੈ ਜੋ ਜਗਤ ਵਿੱਚ ਆਉਣਾ ਹੈ। ਇਸ ਇਨਕਲਾਬ ਦੀ ਖਬਰ ਹੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਤੇ ਇਹੋ ਹੀ ਨਵਾਂ ਮਨੁੱਖ ਚਲਨ ਦਰਸਾ ਉਹਨਾਂ ਨੇ ਨਵਾਂ ਮਨੁੱਖੀ ਜਗਤ ਵਿੱਚ ਪੈਦਾ ਕੀਤਾ ਹੈ। ਵਾਹਿਗੁਰੂ ਜੀ।